हाँ जी स्टूडेंट्स, ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਮਾਡਰਨ ਪੀਰੀਓਡਿਕ ਲਾ। ਪਹਿਲਾਂ ਤੁਸੀਂ ਇਸ ਤੋਂ ਮੈਂਡਲੀਵ ਦਾ ਪੀਰੀਓਡਿਕ ਟੇਬਲ ਜੋ ਹੈ ਉਹ ਡਿਸਕਸ ਕੀਤਾ ਸੀ, ਜਿਹਦੇ 'ਚ ਮੈਂਡਲੀਵ ਨੇ ਇੱਕ ਪੀਰੀਓਡਿਕ ਟੇਬਲ ਬਣਾਇਆ ਸੀ ਜਿਹਦੇ 'ਚ ਉਹਨੇ ਦੱਸਿਆ ਕਿ ਜਿਹੜੇ ਐਲੀਮੈਂਟਸ ਹੈ ਉਹਨਾਂ ਨੂੰ ਉਹਨਾਂ ਦੇ ਅਟੋਮਿਕ ਵੇਟ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਜਦੋਂ ਅਰੇਂਜ ਕੀਤਾ ਜਾਂਦਾ ਤਾਂ ਉਹਨਾਂ ਦੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਰੈਗੂਲਰ ਜੋ ਹੈ ਉਹ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਰੈਗੂਲਰ ਇੰਟਰਵਲ ਦੇ ਵਿੱਚ। ਬਟ ਉਹਦੇ ਬਾਰੇ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਆਈਸੋਟੋਪਸ ਨੇ ਉਹਨਾਂ ਨੂੰ ਥਾਂ ਨਹੀਂ ਮਿਲ ਸਕੀ ਉਸ ਪੀਰੀਓਡਿਕ ਟੇਬਲ ਦੇ ਵਿੱਚ, ਅਤੇ ਜੇਕਰ ਆਈਸੋਟੋਪਸ ਨੂੰ ਥਾਂ ਦਿੰਦੇ ਤਾਂ ਫਿਰ ਉਹਦੇ ਨਾਲ ਪੀਰੀਓਡਿਕ ਟੇਬਲ ਦੇ ਵਿੱਚ ਪ੍ਰੋਬਲਮਸ ਆ ਜਾਣੀਆਂ ਸੀ। ਨੰਬਰ 1 ਤਾਂ ਇਹ ਸੀ ਕਿ ਫਿਰ ਰੈਗੂਲਰ ਇੰਟਰਵਲ ਦੇ ਵਿੱਚ ਪ੍ਰੋਪਰਟੀਜ਼ ਜੋ ਹੈ ਉਹ ਨਹੀਂ ਰਹਿਣੀਆਂ ਸੀ ਐਲੀਮੈਂਟਸ ਦੀਆਂ। ਨੰਬਰ 2 ਫਿਰ ਪੀਰੀਓਡਿਕ ਟੇਬਲ ਬਹੁਤ ਵੱਡਾ ਬਣ ਜਾਣਾ ਸੀ ਜਿਹੜਾ ਕਿ ਨਾਰਮਲ ਵਿਊ ਦੇ ਲਈ ਬਹੁਤ ਡਿਫੀਕਲਟ ਹੋ ਜਾਣਾ ਸੀ। ਇਸ ਕਰਕੇ ਫਿਰ ਕੁਝ ਸਾਇੰਟਿਸਟ ਬਾਅਦ 'ਚ ਮਿਲੇ ਜਿਨ੍ਹਾਂ ਨੇ ਮਾਡਰਨ ਪੀਰੀਓਡਿਕ ਟੇਬਲ ਬਣਾਇਆ, ਅਤੇ ਮਾਡਰਨ ਪੀਰੀਓਡਿਕ ਟੇਬਲ ਦੇਣ ਤੋਂ ਪਹਿਲਾਂ ਉਹਨਾਂ ਨੇ ਆਪਣਾ ਮਾਡਰਨ ਪੀਰੀਓਡਿਕ ਲਾ ਬਣਾਇਆ। ਇਸ ਲਾ 'ਤੇ ਬੇਸਡ ਉਹਨਾਂ ਨੇ ਆਪਣਾ ਪੀਰੀਓਡਿਕ ਟੇਬਲ ਬਣਾਇਆ ਸੀ। ਪਹਿਲਾਂ ਇਹ ਲਾ ਡਿਸਕਸ ਕਰਾਂਗੇ। It states that the physical and chemical properties of the elements are the periodic functions of their atomic numbers. So ਇਹ ਮਾਡਰਨ ਪੀਰੀਓਡਿਕ ਲਾ ਇਹ ਦੱਸਦਾ ਹੈ ਕਿ ਜਿਹੜੇ ਐਲੀਮੈਂਟਸ ਨੇ ਪੀਰੀਓਡਿਕ ਟੇਬਲ ਦੇ ਵਿੱਚ ਉਹਨਾਂ ਦੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਉਹਨਾਂ ਦੇ ਅਟੋਮਿਕ ਨੰਬਰ 'ਤੇ ਡਿਪੈਂਡ ਕਰਦੀਆਂ ਨੇ। ਮੀਨਸ ਮਾਡਰਨ ਪੀਰੀਓਡਿਕ ਟੇਬਲ ਜੋ ਹੈ ਉਹਦੇ ਵਿੱਚ ਐਲੀਮੈਂਟਸ ਨੂੰ ਉਹਨਾਂ ਦੇ ਇਨਕਰੀਜ਼ਿੰਗ ਆਰਡਰ ਆਫ ਅਟੋਮਿਕ ਨੰਬਰ ਦੇ ਵਿੱਚ ਅਰੇਂਜ ਕੀਤਾ ਗਿਆ, ਅਤੇ ਜਦੋਂ ਅਟੋਮਿਕ ਨੰਬਰ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਅਰੇਂਜ ਕੀਤਾ ਗਿਆ ਤਾਂ ਫਿਰ ਐਲੀਮੈਂਟਸ ਦੀਆਂ ਜਿਹੜੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਇੱਕ ਰੈਗੂਲਰ ਇੰਟਰਵਲ ਦੇ ਵਿੱਚ ਚੇਂਜ ਹੋਣੀਆਂ ਸ਼ੁਰੂ ਹੋ ਗਈਆਂ, ਕਿ ਜਾਂ ਤਾਂ ਇਨਕਰੀਜ਼ ਹੋਣੀਆਂ ਸ਼ੁਰੂ ਹੋ ਗਈਆਂ ਜਾਂ ਫਿਰ ਡਿਕਰੀਜ਼ ਹੋਣੀਆਂ ਸ਼ੁਰੂ ਹੋ ਗਈਆਂ। ਉਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਪ੍ਰੋਪਰਟੀਜ਼ ਵੀ ਆਪਾਂ ਡਿਸਕਸ ਕਰਨੀਆਂ ਨੇ ਇਹ। ਅਤੇ ਫਿਰ ਨੈਕਸਟ ਇਸ 'ਤੇ ਬੇਸਡ ਫਿਰ ਉਹਨਾਂ ਨੇ ਦਿੱਤਾ ਸੀ ਮਾਡਰਨ ਪੀਰੀਓਡਿਕ ਟੇਬਲ। ਇਟ ਕੰਸਿਸਟ ਆਫ ਹੋਰੀਜ਼ੋਨਟਲ ਰੋਜ਼ ਕਾਲਡ ਪੀਰੀਅਡਸ ਐਂਡ ਵਰਟੀਕਲ ਕਾਲਮਸ ਕਾਲਡ ਗਰੁੱਪਸ। ਮਾਡਰਨ ਪੀਰੀਓਡਿਕ ਟੇਬਲ ਜੋ ਤੁਸੀਂ ਅੱਜ ਕੱਲ੍ਹ ਡਿਸਕਸ ਕਰਦੇ ਆ, ਜਿਹਦੇ ਬਾਰੇ ਜਦੋਂ ਤੁਹਾਡਾ ਇਹ ਟੌਪਿਕ ਸਟਾਰਟ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੀਰੀਓਡਿਕ ਟੇਬਲ ਦੇ ਬਾਰੇ ਹੀ ਜਾਣਕਾਰੀ ਦਿੱਤੀ ਸੀ ਮੈਂ, ਕਿਉਂਕਿ ਪੀਰੀਓਡਿਕ ਟੇਬਲ ਜੋ ਹੈ ਉਹ ਬੈਕਬੋਨ ਹੈ ਕੈਮਿਸਟਰੀ ਦੀ। ਬੇਸ ਜੋ ਹੈ ਕੈਮਿਸਟਰੀ ਦਾ ਉਹ ਪੀਰੀਓਡਿਕ ਟੇਬਲ ਹੀ ਹੈ। ਜੇਕਰ ਪੀਰੀਓਡਿਕ ਟੇਬਲ ਸਾਨੂੰ ਆਉਂਦਾ ਹੋਵੇਗਾ ਤਾਂ ਕੈਮਿਸਟਰੀ ਦਾ ਕੋਈ ਵੀ ਟੌਪਿਕ ਜੋ ਹੈ ਉਹ ਆਪਾਂ ਬੜੀ ਆਸਾਨੀ ਦੇ ਨਾਲ ਕਰ ਸਕਦੇ ਹਾਂ। ਸੋ ਇਸ ਕਰਕੇ ਉਹੀ ਪੀਰੀਓਡਿਕ ਟੇਬਲ ਦੀ ਇੱਥੇ ਆਪਾਂ ਜੋ ਹੈ ਡਿਸਕਸ਼ਨ ਕਰ ਰਹੇ ਹਾਂ ਕਿ ਉਹ ਜੋ ਪੀਰੀਓਡਿਕ ਟੇਬਲ ਜੋ ਮਾਡਰਨ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਹੋਰੀਜ਼ੋਨਟਲ ਰੋਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਪੀਰੀਅਡਸ ਕਿਹਾ ਜਾਂਦਾ। ਰੋਜ਼ ਇਸ ਤਰ੍ਹਾਂ ਹੁੰਦੀਆਂ ਨੇ ਲੈਫਟ ਟੂ ਰਾਈਟ, ਸੋ ਇਹਨਾਂ ਨੂੰ ਪੀਰੀਅਡਸ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਵਰਟੀਕਲ ਕਾਲਮ ਜਿਹੜੇ ਉੱਪਰ ਤੋਂ ਨੀਚੇ ਤੱਕ ਜਾਂਦੇ ਆ ਉਹ ਵਰਟੀਕਲ ਕਾਲਮ ਹੈ, ਉਹਨਾਂ ਨੂੰ ਗਰੁੱਪਸ ਕਿਹਾ ਜਾਂਦਾ ਹੈ। ਸੋ ਪੀਰੀਓਡਿਕ ਟੇਬਲ ਦੇ ਵਿੱਚ ਤੁਹਾਨੂੰ ਦੱਸਿਆ ਸੀ 7 ਪੀਰੀਅਡਸ ਹੈ ਅਤੇ 18 ਗਰੁੱਪ ਹੁੰਦੇ ਆ। ਸੋ ਲਿਖਿਆ ਵੀ ਹੋਇਆ ਦੇਅਰ ਆਰ 7 ਪੀਰੀਅਡਸ ਇਨ ਦਾ ਪੀਰੀਓਡਿਕ ਟੇਬਲ ਐਂਡ ਈਚ ਪੀਰੀਅਡ ਸਟਾਰਟਸ ਵਿਦ ਏ ਡਿਫਰੈਂਟ ਕੁਆਂਟਮ ਨੰਬਰ। ਸੋ 7 ਪੀਰੀਅਡ ਨੇ ਪੀਰੀਓਡਿਕ ਟੇਬਲ ਦੇ ਵਿੱਚ। ਸਭ ਤੋਂ ਪਹਿਲਾਂ ਕੁਆਂਟਮ ਨੰਬਰ 1 ਆਉਂਦਾ ਹੈ, ਦੂਜੇ ਪੀਰੀਅਡ 'ਚ 2 ਤੋਂ ਸਟਾਰਟ ਹੁੰਦਾ ਹੈ, ਤੀਜੇ 'ਚ 3 ਤੋਂ, 4 ਤੋਂ, 5 ਤੋਂ, 6 ਤੋਂ, 7 ਤੋਂ। ਇਸ ਤਰ੍ਹਾਂ ਮਤਲਬ ਜੋ ਹੈ ਉਹ 7 ਪੀਰੀਅਡਸ ਜਿਹੜੇ ਨੇ ਉਹ 7 ਕੁਆਂਟਮ ਨੰਬਰਸ ਤੋਂ ਸਟਾਰਟ ਹੁੰਦੇ ਆ। ਐਂਡ ਦੇਅਰ ਆਰ 18 ਗਰੁੱਪਸ ਇਨ ਦਾ ਪੀਰੀਓਡਿਕ ਟੇਬਲ। ਅਤੇ ਪੀਰੀਓਡਿਕ ਟੇਬਲ ਦੇ ਵਿੱਚ 18 ਗਰੁੱਪ ਵੀ ਨੇ ਵਿਚ ਆਰ ਨੰਬਰਡ ਫਰੋਮ 1 to 18, ਜਿਨ੍ਹਾਂ ਦੀ ਫਿਰ ਨੰਬਰਿੰਗ 1 ਤੋਂ ਲੈ ਕੇ 18 ਤੱਕ ਕੀਤੀ ਜਾਂਦੀ ਹੈ। ਤੁਸੀਂ ਦੇਖਿਆ ਹੋਇਆ ਸਾਰਿਆਂ ਨੇ ਪੀਰੀਓਡਿਕ ਟੇਬਲ, ਅਤੇ ਤੁਹਾਨੂੰ ਇੱਥੇ ਦਿਖਾ ਵੀ ਦਿੰਦੇ ਅੱਜ ਫਿਰ ਤੁਹਾਡੀ ਬੁੱਕ ਦੇ ਵਿੱਚ ਵੀ ਹੈ, ਤੁਹਾਡੇ ਇਸ 3rd ਚੈਪਟਰ 'ਚ ਵੀ ਹੈ ਦਿੱਤਾ ਹੋਇਆ ਪੀਰੀਓਡਿਕ ਟੇਬਲ। ਸੋ ਇਹ ਤੁਸੀਂ ਦੇਖ ਲੈਣਾ ਜ਼ਰੂਰ। ਅਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਰੋਜ਼ ਦੀ ਰੋਜ਼ ਇੱਕ ਰੂਟੀਨ ਬਣਾਓ ਕਿ ਇੱਕ ਜੋ ਗਰੁੱਪ ਹੈ ਉਹ ਰੋਜ਼ ਦਾ ਯਾਦ ਕਰਨਾ ਸ਼ੁਰੂ ਕਰੋ ਕਿ ਹਾਂ ਅੱਜ ਮੈਂ ਆਹ ਗਰੁੱਪ ਕਰਨਾ, ਫਸਟ ਗਰੁੱਪ ਕਰਨਾ ਹੈ, ਸੈਕਿੰਡ ਗਰੁੱਪ ਪੜ੍ਹਨਾ ਹੈ, 3rd ਗਰੁੱਪ। ਸੋ ਗਰੁੱਪ ਵਾਈਜ਼ ਜੇਕਰ ਪੜ੍ਹੋਗੇ ਤਾਂ ਬੜੀ ਆਸਾਨੀ ਦੇ ਨਾਲ ਤੁਸੀਂ ਪੀਰੀਓਡਿਕ ਟੇਬਲ ਨੂੰ ਯਾਦ ਕਰ ਸਕਦੇ ਆ। ਔਰ ਤੁਹਾਡੇ ਮਾਈਂਡ ਦੇ ਵਿੱਚ ਹੋਣਾ ਚਾਹੀਦਾ ਹੈ ਪੀਰੀਓਡਿਕ ਟੇਬਲ ਜੋ ਹੈ ਇਹ ਹੋਵੇ ਕਿ ਜਦੋਂ ਤੁਸੀਂ +2 ਕਰਕੇ ਜਾਓ ਤਾਂ ਉਦੋਂ ਤੱਕ ਸਾਰਾ ਪੀਰੀਓਡਿਕ ਟੇਬਲ ਜੋ ਹੈ ਤੁਹਾਡੀਆਂ ਟਿਪਸ 'ਤੇ ਹੋਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਕੋਈ ਦੁਨੀਆ ਦੀ ਇਹੋ ਜਿਹੀ ਤਾਕਤ ਨਹੀਂ ਹੈ ਜਿਹੜੀ ਤੁਹਾਨੂੰ ਮਤਲਬ ਕੈਮਿਸਟਰੀ ਦੇ ਵਿੱਚੋਂ ਕੋਈ ਫੇਲ ਕਰ ਦੇਵੇ ਜਾਂ ਤੁਹਾਡੇ ਵਧੀਆ ਨੰਬਰ ਆਉਣ ਤੋਂ ਕੋਈ ਰੋਕ ਦੇਵੇ। ਤਾਂ ਬਹੁਤ ਵਧੀਆ ਨੰਬਰ ਤੁਸੀਂ ਲੈ ਸਕਦੇ ਹੋ, ਕਿਉਂਕਿ ਬਹੁਤ ਸਾਰੇ ਕੁਐਸਚਨ ਤੁਸੀਂ ਦੇਖੋਗੇ +2 ਦੇ ਵਿੱਚ ਜੋ ਹੈ ਪੀਰੀਓਡਿਕ ਟੇਬਲ ਸਾਰਾ ਹੀ ਪੜ੍ਹਦੇ ਹਾਂ ਲਗਭਗ ਆਪਾਂ। ਸੋ ਉਸ 'ਤੇ ਬੇਸਡ ਕੁਐਸਚਨ ਵੀ ਆਉਂਦੇ ਆ ਸਾਨੂੰ ਪੇਪਰਾਂ ਦੇ ਵਿੱਚ, ਕਾਫੀ ਜ਼ਿਆਦਾ ਕੁਐਸਚਨ ਆਉਂਦੇ ਆ ਜਿਹਦੇ ਵਿੱਚ
ਪੀਰੀਓਡਿਕ ਟੇਬਲ ਦੇ ਐਲੀਮੈਂਟਸ ਜਿਹੜੇ ਆ ਉਹਨਾਂ ਦਾ ਅਟੋਮਿਕ ਨੰਬਰ ਪਤਾ ਹੋਣਾ ਚਾਹੀਦਾ ਅਤੇ ਉਹਨਾਂ ਦਾ ਅਟੋਮਿਕ ਮਾਸ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਆਪਾਂ ਉਹ ਜਿਹੜੇ ਟੌਪਿਕ ਹੈ ਬੜੀ ਆਸਾਨੀ ਦੇ ਨਾਲ ਕਰ ਸਕਦੇ ਹਾਂ। ਸੋ ਨੈਕਸਟ ਆਪਾਂ ਟੌਪਿਕ ਡਿਸਕਸ ਕਰਾਂਗੇ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਇਨ ਦਾ ਮਾਡਰਨ ਪੀਰੀਓਡਿਕ ਟੇਬਲ। ਸੋ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਜਿਹੜੇ ਐਲੀਮੈਂਟਸ ਹੈ ਉਹਨਾਂ ਦੀ ਵੰਡ ਕਿਵੇਂ ਕੀਤੀ ਗਈ ਹੈ ਇਹ ਆਪਾਂ ਡਿਸਕਸ ਕਰਾਂਗੇ। ਲਿਖਿਆ ਹੋਇਆ ਦ ਐਲੀਮੈਂਟਸ ਆਫ ਦਾ ਪੀਰੀਓਡਿਕ ਟੇਬਲ ਆਰ ਕਲਾਸੀਫਾਈਡ ਇਨਟੂ 4 ਟਾਈਪਸ। ਜਿਹੜੇ ਪੀਰੀਓਡਿਕ ਟੇਬਲ ਦੇ ਐਲੀਮੈਂਟਸ ਹੈ ਉਹਨਾਂ ਦੀ ਵੰਡ 4 ਤਰੀਕਿਆਂ ਦੇ ਨਾਲ ਕੀਤੀ ਗਈ ਹੈ। ਇੱਥੇ ਦੱਸਿਆ ਹੋਇਆ ਐਸ ਬਲੋਕ ਐਲੀਮੈਂਟਸ ਹੈ, ਫਿਰ ਪੀ ਬਲੋਕ ਐਲੀਮੈਂਟਸ ਹੈ, ਫਿਰ ਡੀ ਹੈ, ਫਿਰ ਐਫ ਹੈ। ਆਹ ਪੀਰੀਓਡਿਕ ਟੇਬਲ ਵੀ ਮੈਂ ਇੱਥੇ ਨਾਲ ਹੀ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਆ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਆ ਐਸ ਬਲੋਕ ਐਲੀਮੈਂਟਸ ਆ ਜੋ ਫਸਟ 2 ਸਾਡੇ ਕੋਲ ਗਰੁੱਪਸ ਨੇ, ਗਰੁੱਪ ਨੰਬਰ ਫਸਟ ਅਤੇ ਗਰੁੱਪ ਨੰਬਰ ਸੈਕਿੰਡ। ਇੱਕ ਹਾਈਡਰੋਜਨ ਤੋਂ ਸਟਾਰਟ ਹੁੰਦਾ, ਇੱਕ ਬੈਰੀਲੀਅਮ ਤੋਂ ਸਟਾਰਟ ਹੁੰਦਾ। ਇਹ ਐਸ ਬਲੋਕ ਐਲੀਮੈਂਟਸ ਨੇ। ਉਸ ਤੋਂ ਬਾਅਦ ਗਰੁੱਪ ਨੰਬਰ ਆ 13 ਹੈ, ਇੱਥੋਂ 13ਵਾਂ ਗਰੁੱਪ ਹੈ ਇਹ ਬੋਰੋਨ ਵਾਲਾ, 13 ਤੋਂ ਲੈ ਕੇ 18 ਤੱਕ, ਜਿੱਥੋਂ ਆ ਹੀਲੀਅਮ ਸਟਾਰਟ ਹੁੰਦਾ, ਹੀਲੀਅਮ ਤੋਂ ਲੈ ਕੇ ਇਹ ਜਿਹੜੇ 6 ਗਰੁੱਪਸ ਨੇ ਇਹ ਪੀ ਬਲੋਕ ਐਲੀਮੈਂਟਸ ਨੇ। ਕਿਉਂ ਕਹਿੰਦੇ ਇਹਨਾਂ ਨੂੰ ਪੀ ਬਲੋਕ ਐਲੀਮੈਂਟ ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਨੈਕਸਟ ਉਸ ਤੋਂ ਬਾਅਦ ਗਰੁੱਪ ਨੰਬਰ 3 ਤੋਂ ਲੈ ਕੇ ਗਰੁੱਪ ਨੰਬਰ 12 ਤੱਕ ਇਹ ਡੀ ਬਲੋਕ ਐਲੀਮੈਂਟਸ ਨੇ। ਡੀ ਬਲੋਕ ਜਾਂ ਇਹਨਾਂ ਨੂੰ ਟ੍ਰਾਂਜੀਸ਼ਨ ਐਲੀਮੈਂਟਸ ਵੀ ਕਹਿੰਦੇ ਆ, ਇਹਨਾਂ ਦੇ ਬਾਰੇ ਵੀ ਦੱਸਦੇ ਆ ਤੁਹਾਨੂੰ। ਅਤੇ ਇੱਥੇ ਪੀਰੀਓਡਿਕ ਟੇਬਲ ਦੇ ਲਾਸਟ ਦੇ ਵਿੱਚ ਇੱਕ ਅਲੱਗ ਤੋਂ 2 ਸੀਰੀਜ਼ ਬਣਾਈਆਂ ਹੋਈਆਂ, ਇਹ ਸਾਡੇ ਕੋਲ ਐਫ ਬਲੋਕ ਐਲੀਮੈਂਟਸ ਨੇ, ਜਾਂ ਇਹਨਾਂ ਨੂੰ ਇਨਰ ਟ੍ਰਾਂਜੀਸ਼ਨ ਐਲੀਮੈਂਟਸ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਨਰ ਮਤਲਬ ਟ੍ਰਾਂਜੀਸ਼ਨ ਐਲੀਮੈਂਟਸ ਦੇ ਵਿੱਚ ਆਉਂਦੇ ਆ। ਕਿੱਥੇ ਵਿੱਚ ਆਉਂਦੇ ਆ ਦੇਖ ਸਕਦੇ ਆ। ਆ ਲੈਂਥੇਨਮ ਵੈਸੇ ਪਹਿਲਾਂ ਇੱਥੇ ਐਲੀਮੈਂਟ ਲਿਖਿਆ ਹੋਇਆ, ਲੈਂਥੇਨਮ ਹੈ ਨਹੀਂ, ਲੈਂਥੇਨਮ ਐਕਚੁਅਲ 'ਚ ਡੀ ਬਲੋਕ ਦਾ ਐਲੀਮੈਂਟ ਹੈ ਇੱਥੇ। ਸੋ ਲੈਂਥੇਨਮ ਤੋਂ ਲੈ ਕੇ ਲੁਟੀਸ਼ੀਅਮ ਤੱਕ ਆ ਲੈਂਥੇਨਮ ਹੈ, ਇਹਦੇ ਵਿੱਚ ਆ ਲਾਸਟ ਐਲੀਮੈਂਟ 71 ਐਟੋਮਿਕ ਨੰਬਰ ਦਾ ਲੁਟੀਸ਼ੀਅਮ। ਇਹ 14 ਐਲੀਮੈਂਟਸ ਜਿਹੜੇ ਆ ਵਿਚਕਾਰ ਆਉਂਦੇ ਆ, ਮਤਲਬ ਲੈਂਥੇਨਮ ਇਨਕਲੂਡ ਨਹੀਂ ਹੈ, ਇਹਨੂੰ ਛੱਡ ਕੇ ਬਾਕੀ ਆ 14 ਐਲੀਮੈਂਟਸ ਨੇ ਇਹ ਇੱਥੋਂ ਗਾਇਬ ਕੀਤੇ ਹੋਏ ਆ। ਇਸੇ ਤਰ੍ਹਾਂ ਆ ਐਕਟੀਨੀਅਮ ਇੱਥੇ ਲਿਖਿਆ ਹੋਇਆ, ਐਕਟੀਨੀਅਮ ਵੀ ਡੀ ਬਲੋਕ ਦਾ ਐਲੀਮੈਂਟ ਹੈ। ਸੋ ਥੋਰੀਅਮ ਤੋਂ ਲੈ ਕੇ ਲਾਰੈਂਸ਼ੀਅਮ ਤੱਕ LR, ਲਾਰੈਂਸ਼ੀਅਮ ਅਟੋਮਿਕ ਨੰਬਰ 103, ਇਹ ਵੀ 14 ਐਲੀਮੈਂਟਸ ਇਹ ਐਕਚੁਅਲ 'ਚ ਇੱਥੇ ਆਣੇ ਸੀ, ਇੱਥੋਂ ਇਹ ਚੱਕੇ ਹੋਏ ਆ। ਇੱਥੇ ਦੇਖੋ ਤੁਸੀਂ 57 ਤੋਂ ਬਾਅਦ ਅਟੋਮਿਕ ਨੰਬਰ 72 ਹੈ, 89 ਤੋਂ ਬਾਅਦ 104 ਹੈ, ਮਤਲਬ 14 ਐਲੀਮੈਂਟਸ ਇੱਥੋਂ ਜਿਹੜੇ ਆ ਉਹ ਇੱਥੇ ਲਿਖੇ ਗਏ ਆ, ਇੱਥੋਂ 14 ਐਲੀਮੈਂਟਸ ਇਹ ਲਿਖੇ ਗਏ ਆ। ਇਹ ਐਲੀਮੈਂਟਸ ਜਿਹੜੇ ਨੇ ਇਹਨਾਂ ਦੇ ਵਿੱਚ ਲਾਸਟ ਇਲੈਕਟ੍ਰੋਨ ਜੋ ਹੈ ਇਹਨਾਂ ਦਾ ਉਹ ਐਫ ਆਰਬਿਟਲ 'ਚ ਜਾ ਕੇ ਐਂਟਰ ਕਰਦਾ ਹੈ। ਇਸ ਕਰਕੇ ਇਹ ਐਫ ਬਲੋਕ ਐਲੀਮੈਂਟਸ ਨੇ ਸਾਰੇ, ਇਸ ਕਰਕੇ ਇਹਨਾਂ ਨੂੰ ਸੈਪਰੇਟ ਇੱਥੇ ਥਾਂ ਦੇਣੀ ਪਈ ਪੀਰੀਓਡਿਕ ਟੇਬਲ ਦੇ ਵਿੱਚ। ਅਤੇ ਐਸ ਬਲੋਕ ਐਲੀਮੈਂਟਸ ਨੂੰ ਐਸ ਬਲੋਕ ਐਲੀਮੈਂਟਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਲਾਸਟ ਇਲੈਕਟ੍ਰੋਨ ਐਸ ਆਰਬਿਟਲ 'ਚ ਐਂਟਰ ਕਰਦਾ। ਜਿਵੇਂ ਹਾਈਡਰੋਜਨ 'ਚ 1s1, ਲੀਥੀਅਮ 'ਚ ਲਾਸਟ ਇਲੈਕਟ੍ਰੋਨ 2s1, ਬੈਰੀਲੀਅਮ 'ਚ 2s2, ਸੋਡੀਅਮ 'ਚ 3s1, ਮੈਗਨੀਸ਼ੀਅਮ 'ਚ 3s2, ਮਤਲਬ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਲਾਸਟ ਇਲੈਕਟ੍ਰੋਨ ਐਸ ਆਰਬਿਟਲ 'ਚ। ਜਿਹੜੇ ਡੀ ਬਲੋਕ ਐਲੀਮੈਂਟਸ ਨੇ ਇਹਨਾਂ ਦੇ ਵਿੱਚ ਲਾਸਟ ਇਲੈਕਟ੍ਰੋਨ ਡੀ ਆਰਬਿਟਲ ਦੇ ਵਿੱਚ, ਜਿਵੇਂ 3d1, 3d2, 3d3, 3d5, ਇਹ ਵੀ 3d5 4s2 ਹੈ। ਸੋ ਇਸ ਤਰ੍ਹਾਂ ਯਟਰੀਅਮ ਹੈ 4d1, ਜ਼ਰਕੋਨੀਅਮ ਹੈ 4d2, ਨਾਇਓਬੀਅਮ ਹੈ 4d4, ਇਸ ਤਰ੍ਹਾਂ ਅਲੱਗ-ਅਲੱਗ ਹੈ ਸਾਡੇ ਕੋਲ। ਸੋ ਇਹ ਇਸ ਤਰ੍ਹਾਂ ਜਿਹੜੇ ਐਲੀਮੈਂਟਸ ਨੇ ਇਹਨਾਂ ਦੇ ਵਿੱਚ ਲਾਸਟ ਇਲੈਕਟ੍ਰੋਨ ਡੀ ਆਰਬਿਟਲ 'ਚ ਐਂਟਰ ਕਰਦਾ। ਪੀ ਬਲੋਕ ਐਲੀਮੈਂਟਸ ਦੇ ਵਿੱਚ ਲਾਸਟ ਇਲੈਕਟ੍ਰੋਨ ਪੀ ਆਰਬਿਟਲ ਦੇ ਵਿੱਚ ਜਾ ਕੇ ਐਂਟਰ ਕਰਦਾ, ਇਸ ਕਰਕੇ ਇਹਨਾਂ ਨੂੰ ਪੀ ਬਲੋਕ ਐਲੀਮੈਂਟਸ ਕਹਿੰਦੇ ਆ। ਸੋ ਇਸ ਕਰਕੇ ਇਹ ਕਲਾਸੀਫਿਕੇਸ਼ਨ ਕੀਤੀ ਗਈ ਇਹਨਾਂ ਦੀ ਅਲੱਗ-ਅਲੱਗ। ਸੋ ਇਹ ਕਲਾਸੀਫਿਕੇਸ਼ਨ ਜੋ ਹੈ ਆਪਾਂ ਇੱਥੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਐਸ ਬਲੋਕ ਐਲੀਮੈਂਟਸ, ਦ ਐਲੀਮੈਂਟਸ ਇਨ ਵਿਚ ਦ ਲਾਸਟ ਇਲੈਕਟ੍ਰੋਨ ਐਂਟਰਸ ਦ ਐਸ ਆਰਬਿਟਲ ਆਫ देयर ਆਊਟਰਮੋਸਟ ਐਨਰਜੀ ਲੈਵਲ ਆਰ ਕਾਲਡ ਐਸ ਬਲੋਕ ਐਲੀਮੈਂਟਸ। ਉਹ ਐਲੀਮੈਂਟਸ ਜਿਨ੍ਹਾਂ ਦੇ ਵਿੱਚ ਲਾਸਟ ਇਲੈਕਟ੍ਰੋਨ ਜੋ ਹੈ ਉਹ ਐਸ ਆਰਬਿਟਲ ਦੇ ਵਿੱਚ ਜਾ ਕੇ ਐਂਟਰ ਕਰਦਾ ਹੈ, ਸੋ ਉਹਨਾਂ ਨੂੰ ਐਸ ਬਲੋਕ ਐਲੀਮੈਂਟਸ ਦਾ ਨਾਮ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ ਦ ਫਸਟ 2 ਗਰੁੱਪਸ ਆਫ ਦ ਮਾਡਰਨ ਪੀਰੀਓਡਿਕ ਟੇਬਲ ਆਰ ਐਸ ਬਲੋਕ ਐਲੀਮੈਂਟਸ, ਜਿਵੇਂ ਦੱਸਿਆ ਵੀ ਹੈ ਮੈਂ ਤੁਹਾਨੂੰ। ਅਤੇ ਅੱਗੇ ਨੈਕਸਟ ਹੈ ਕਰੈਕਟਰਿਸਟਿਕਸ ਆਫ ਐਸ ਬਲੋਕ ਐਲੀਮੈਂਟਸ। ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਇਹਨਾਂ ਦੀਆਂ, ਵੈਸੇ ਇੱਥੇ ਆਪਾਂ ਸਿਰਫ ਡਿਸਕਸ ਕਰਨੀਆਂ ਨੇ, ਅੱਗੇ ਇਹਨਾਂ ਦੀਆਂ ਪ੍ਰੋਪਰਟੀਜ਼ ਆਪਾਂ ਡਿਸਕਸ ਕਰਾਂਗੇ, ਉਹਨਾਂ 'ਚ ਸਾਰੀਆਂ ਜੋ ਹੈ ਤੁਸੀਂ ਸਮਝ ਜਾਓਗੇ। ਦੇ ਆਰ ਸੌਫਟ ਮੈਟਲਸ ਹੈਵਿੰਗ ਲੋ ਮੈਲਟਿੰਗ ਪੁਆਇੰਟਸ, ਕਹਿੰਦੇ ਬੜੇ ਸੌਫਟ ਹੁੰਦੇ ਐਸ ਬਲੋਕ ਐਲੀਮੈਂਟਸ, ਮੈਟਲਸ ਹੁੰਦੇ ਆ ਨਾਲੇ ਸੌਫਟ ਮੈਟਲਸ, ਅਤੇ ਇਹਨਾਂ ਦੇ ਮੈਲਟਿੰਗ ਪੁਆਇੰਟ ਬੜੇ ਘੱਟ ਹੁੰਦੇ ਆ। ਨੈਕਸਟ ਦੇ ਹੈਵ ਲੋ ਆਇਓਨਾਈਜੇਸ਼ਨ ਐਂਥੈਲਪੀਜ਼। ਆਇਓਨਾਈਜੇਸ਼ਨ ਐਂਥੈਲਪੀ ਹੁੰਦੀ ਹੈ
ਕਿਸੇ ਵੀ ਐਲੀਮੈਂਟ ਦੇ ਆਊਟਰਮੋਸਟ ਸ਼ੈਲ ਦੇ ਵਿੱਚੋਂ ਇਲੈਕਟ੍ਰੋਨ ਨੂੰ ਬਾਹਰ ਕੱਢਣ ਦੇ ਲਈ ਜਿਹੜੀ એનર્ਜੀ ਚਾਹੀਦੀ ਹੈ ਉਹਨੂੰ ਆਇਓਨਾਈਜੇਸ਼ਨ ਐਂਥੈਲਪੀ ਕਹਿੰਦੇ ਆ। ਜਿਵੇਂ ਆ ਲੀਥੀਅਮ ਹੈ, ਇਹਦਾ ਆਊਟਰਮੋਸਟ ਸ਼ੈਲ ਹੈ 2s1, ਸੋ ਇਹਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਨ ਦੇ ਲਈ, ਬਾਹਰ ਕੱਢਣ ਦੇ ਲਈ ਜੋ એનર્ਜੀ ਚਾਹੀਦੀ ਹੈ ਉਹਨੂੰ ਆਇਓਨਾਈਜੇਸ਼ਨ ਐਂਥੈਲਪੀ ਕਹਿੰਦੇ ਆ। ਸੋ ਇਹਨਾਂ ਦੀ ਆਇਓਨਾਈਜੇਸ਼ਨ ਐਂਥੈਲਪੀ ਕਹਿੰਦੇ ਬੜੀ ਘੱਟ ਹੁੰਦੀ ਹੈ। ਕਿਉਂ ਘੱਟ ਹੁੰਦੀ ਹੈ? ਕਿਉਂਕਿ ਇਹਨਾਂ ਦੇ ਆਊਟਰਮੋਸਟ ਸ਼ੈਲ 'ਚ ਜਾਂ ਤਾਂ ਇੱਕ ਜਾਂ ਫਿਰ 2 ਇਲੈਕਟ੍ਰੋਨ ਹੁੰਦੇ ਜਿਹੜੇ ਬੜੀ ਆਸਾਨੀ ਦੇ ਨਾਲ ਬਾਹਰ ਕੱਢੇ ਜਾ ਸਕਦੇ ਆ। ਬਟ ਆ ਡੀ ਬਲੌਕ ਐਲੀਮੈਂਟ ਹੈ, ਇਹਨਾਂ ਦੇ ਆਊਟਰਮੋਸਟ ਸ਼ੈਲ 'ਚ ਤੁਸੀਂ ਦੇਖ ਲਓ 10-10 ਤੱਕ ਵੀ ਇਲੈਕਟ੍ਰੋਨ ਹੈਗੇ ਆ। ਸੋ ਜਿਹਦੇ ਕਰਕੇ ਇਹਨਾਂ ਦੀ ਆਇਓਨਾਈਜੇਸ਼ਨ ਐਂਥੈਲਪੀ ਜ਼ਿਆਦਾ ਹੁੰਦੀ ਹੈ। ਨੈਕਸਟ, they are very reactive metals and they readily form univalent and bivalent ions। ਕਹਿੰਦੇ ਬਹੁਤ ਜ਼ਿਆਦਾ ਰਿਐਕਟਿਵ ਮੈਟਲਸ ਨੇ, ਇੱਕਦਮ ਰਿਐਕਸ਼ਨ ਕਰ ਜਾਂਦੇ ਆ। ਜਿਵੇਂ ਸੋਡੀਅਮ ਹੈ, ਉਹ ਪਾਣੀ ਦੇ ਨਾਲ ਵੀ ਰਿਐਕਸ਼ਨ ਕਰ ਜਾਂਦਾ, ਸੋਡੀਅਮ ਤੇ ਪੋਟਾਸ਼ੀਅਮ, ਪਾਣੀ ਪਾ ਦਿਓ ਅੱਗ ਲੱਗ ਜਾਂਦੀ ਹੈ ਇੱਕਦਮ ਉਹਨਾਂ ਨੂੰ। ਸੋ ਬਹੁਤ ਜ਼ਿਆਦਾ ਰਿਐਕਟਿਵ ਮੈਟਲਸ ਨੇ ਤੇ ਬੜੀ ਆਸਾਨੀ ਦੇ ਨਾਲ ਕਹਿੰਦੇ ਇਹ ਯੂਨੀਵੈਲੈਂਟ ਤੇ ਬਾਈਵੈਲੈਂਟ ਆਇਨਸ ਬਣਾ ਸਕਦੇ। ਯੂਨੀ ਮਤਲਬ 1, ਬਾਈ ਦਾ ਮਤਲਬ 2। ਯੂਨੀਵੈਲੈਂਟ ਮਤਲਬ ਇੱਕ ਇਲੈਕਟ੍ਰੋਨ ਰਿਲੀਜ਼ ਕਰਕੇ ਆਇਨ ਬਣਾ ਸਕਦੇ ਆ, ਬਾਈਵੈਲੈਂਟ ਮਤਲਬ 2 ਇਲੈਕਟ੍ਰੋਨ ਰਿਲੀਜ਼ ਕਰਕੇ ਆਇਨ ਬਣਾ ਸਕਦੇ ਆ। ਜਿਵੇਂ ਆ ਜਿਹੜਾ ਫਸਟ ਗਰੁੱਪ ਹੈ ਸਾਡੇ ਕੋਲ, ਇਹਨਾਂ ਦੇ ਵਿੱਚ ਇੱਕ ਇਲੈਕਟ੍ਰੋਨ ਹੈ ਆਊਟਰਮੋਸਟ ਸ਼ੈਲ 'ਚ, ਇਹ ਇੱਕ ਇਲੈਕਟ੍ਰੋਨ ਰਿਮੂਵ ਕਰਕੇ ਯੂਨੀਵੈਲੈਂਟ ਆਇਨ ਬਣਾ ਸਕਦੇ। ਇਹਨਾਂ ਦੇ ਆਊਟਰਮੋਸਟ ਸ਼ੈਲ 'ਚ 2-2 ਇਲੈਕਟ੍ਰੋਨ ਨੇ, ਇਹ 2 ਇਲੈਕਟ੍ਰੋਨ ਰਿਲੀਜ਼ ਕਰਕੇ ਬਾਈਵੈਲੈਂਟ ਆਇਨਸ ਬਣਾ ਸਕਦੇ ਆ। ਨੈਕਸਟ, ਦੇ ਐਕਟ ਐਜ਼ ਦਾ ਸਟਰੋਂਗ ਰਿਡਿਊਸਿੰਗ ਏਜੰਟਸ। ਰਿਡਿਊਸਿੰਗ ਏਜੰਟ ਉਹ ਹੁੰਦੇ ਆ ਜਿਹੜੇ ਇਲੈਕਟ੍ਰੋਨ ਰਿਲੀਜ਼ ਕਰ ਸਕਦੇ ਆ ਆਸਾਨੀ ਦੇ ਨਾਲ। ਸੋ ਇਹ ਆਸਾਨੀ ਦੇ ਨਾਲ ਇਲੈਕਟ੍ਰੋਨ ਰਿਲੀਜ਼ ਕਰ ਸਕਦੇ, ਇਸ ਕਰਕੇ ਇਹ ਰਿਡਿਊਸਿੰਗ ਏਜੰਟ ਦੇ ਤੌਰ ਤੇ ਵੀ ਐਕਟ ਕਰ ਸਕਦੇ ਆ। ਮੋਸਟ ਆਫ ਦਾ ਐਸ ਬਲੌਕ ਐਲੀਮੈਂਟਸ ਇੰਪਾਰਟ ਡਿਫਰੈਂਟ ਕਲਰਸ ਟੂ ਦਾ ਫਲੇਮ। ਕਾਫੀ ਸਾਰੇ ਐਸ ਬਲੌਕ ਐਲੀਮੈਂਟਸ ਕਹਿੰਦੇ ਜਦੋਂ ਕਿਸੇ ਫਲੇਮ ਦੇ, ਅੱਗ ਦੀ ਲਾਟ ਦੇ ਨੇੜੇ ਲੈ ਕੇ ਜਾਂਦੇ ਆ ਤਾਂ ਵੱਖਰੇ ਵੱਖਰੇ ਕਲਰ ਛੱਡਦੇ ਆ। ਮੋਸਟ ਆਫ ਦਾ ਐਸ ਬਲੌਕ ਐਲੀਮੈਂਟਸ ਫਾਰਮ ਆਇਨਿਕ ਕੰਪਾਊਂਡਸ ਐਕਸੈਪਟ ਲੀਥੀਅਮ ਐਂਡ ਬੈਰੀਲੀਅਮ। ਬੈਰੀਲੀਅਮ ਦੇ ਸਪੈਲਿੰਗ ਗਲਤ ਲਿਖੇ ਹੋਏ ਆ, BERY ਆਣਾ ਹੈ, BERY ਡਬਲ L ਅੱਗੇ ਨੈਕਸਟ LLIUM, ਬੈਰੀਲੀਅਮ। ਸੋ ਕਹਿੰਦੇ ਕਾਫੀ ਸਾਰੇ ਐਸ ਬਲੌਕ ਐਲੀਮੈਂਟਸ ਜਿਹੜੇ ਉਹ ਆਇਨਿਕ ਕੰਪਾਊਂਡ ਬਣਾਉਂਦੇ ਆ, ਸਿਰਫ ਲੀਥੀਅਮ ਤੇ ਬੈਰੀਲੀਅਮ ਨੂੰ ਛੱਡ ਕੇ। ਹੁਣ ਆਇਨਿਕ ਕੰਪਾਊਂਡ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਸਬਸਟੈਂਸ ਕੰਪਲੀਟਲੀ ਆਪਣਾ ਇਲੈਕਟ੍ਰੋਨ ਕਿਸੇ ਦੂਜੇ ਨੂੰ ਰਿਲੀਜ਼ ਕਰ ਦੇਵੇ। ਸੋ ਇਹ ਤੁਹਾਨੂੰ ਦੱਸਿਆ ਕਿ ਰਿਡਿਊਸਿੰਗ ਏਜੰਟ ਆਪਣੇ ਇਲੈਕਟ੍ਰੋਨਸ ਰਿਲੀਜ਼ ਕਰ ਸਕਦੇ ਆ, ਇਸ ਕਰਕੇ ਇਹ ਆਇਨਿਕ ਕੰਪਾਊਂਡ ਵੀ ਬਣਾ ਸਕਦੇ ਆ। ਸੋ ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸੀ। ਨੈਕਸਟ ਟੌਪਿਕ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।